वापस आते हैं, वालदा को क्या कहते थे आप? अम्मा, अम्मी, क्या कहते? अम्मी। अम्मी कहते हैं। अम्मी का ही ज्यादा वक्त, मतलब बाप भी वही थी, माँ भी वही थी। अब वाले साहब क्योंकि तो जॉब में थे। दूसरे शहर से। कैसा ताल्लुक था अम्मी के साथ? बेहतरीन जो हो सकता है, यानी कि ਉਹ ਹੁੰਦੇ ਹੀ ਹੋਏ, यानी कि वालदा तो किस ਨਾਲ ताल्लुक हो सकता है? नहीं, एक होता है सहेली होती है माँ या दोस्त होती है। नहीं, चूंकि वाल साहब सिर ਤੇ ਨਹੀਂ ਸਨ ਹੁੰਦੇ ਤੇ ਉਹ ਸਾਡੀ ਵਾਲਦਾ ਥੋੜੀ ਸਖਤ ਸੀ, ਯਾਨੀ ਕਿ ਉਹ ਡਰ ਲੱਗਦਾ ਸੀ, ਕਿਉਂਕਿ ਉਹ ਡਾਂਟਦੇ ਵੀ ਸਨ, ਮਾਰਦੇ ਵੀ ਸਨ। मार खाई? ਬੜੀ ਮਾਰ ਤੇ ਬੜੀ ਖਾਦੀ। और किस अंदाज में? कई दफा माँ चिमटे मार दी सी, बेलन कदे कई बारी हर चीज वो हत्थ च आया वो मार देना। मामा फिर जी ਜਿਹੜੀ ਚੀਜ਼ ਮੈਂ ਰੋਟੀ ਪਕਾ ਰਿਹਾ, ਕੋਈ ਚੀਜ਼ ਕੌਲੀ ਮਾਰਦੀ, ਕੋਈ ਪਲੇਟ ਮਾਰਦੀ, ਕੋਈ, ਲੇਕਿਨ ਇਹ ਵੀ ਉਹ ਜ਼ਰੂਰੀ ਨਹੀਂ ਕਿ ਵੱਜ ਜਾਣੀ ਸੀ, ਉਹ ਅਸੀਂ ਵੀ ਅੱਗੋਂ ਵੱਜ ਜਾਂਦੇ ਸਾਂ, ਲੇਕਿਨ ਉਹ ਮਾਵਾਂ ਜੋ ਜਿਹੜੀ ਹੱਥ ਨੂੰ ਚਪੇੜਾ, ਜੋ ਵੀ ਸਿਸਟਮ। ਘਰ ਵਿੱਚ ਕੌਣ ਸੀ ਜਿਹਦੇ ਨਾਲ ਤੁਹਾਡੀ ਸਭ ਤੋਂ ਜ਼ਿਆਦਾ ਐਸੋਸੀਏਸ਼ਨ ਸੀਗੀ? ਅੰਮੀ ਨਾਲ। ਅੰਮੀ ਨਾਲ ਹੀ ਸੀ। ਤੇ ਕੈਸਾ ਹੁਣ ਵਾਲਦਾ ਤੋਂ ਬਗੈਰ? ਉਸ ਨੇ ਮੇਰੀ ਵਾਲਦਾ ਨੂੰ ਤਕਰੀਬਨ 98 'ਚ 24-25 ਸਾਲ ਹੋ ਗਏ ਨੇ, ਠੀਕ ਹੈ ਜੀ। ਵਾਲ ਸਾਹਿਬ ਵੀ ਉਸ ਤੋਂ 10 ਸਾਲ ਪਹਿਲਾਂ, ਉਹਨਾਂ ਨੂੰ ਵੀ 30-32 ਸਾਲ ਹੋ ਗਏ। ਉਹ ਸਿਸਟਮ ਹੁਣ ਐਡਜਸਟ ਹੋ ਗਿਆ ਸਾਰਾ ਕੁਛ ਬਗੈਰ, ਲੇਕਿਨ ਉਹ ਜਿਹੜੀ ਚੀਜ਼ ਹੈ ਨਾ, ਜਿਹੜੀ ਯਾਨੀ ਕਿ ਵਾਲਦਾ ਦੀ ਹੁੰਦੀ ਏ, ਯਾਨੀ ਕਿ ਜੇ ਤੁਸੀਂ ਆਪਣੀ ਵਾਲਦਾ ਦੀ ਖਿਦਮਤ ਕਰ ਰਹੇ ਹੋ, ਤੁਸੀਂ ਆਪਣੀ ਵਾਲਦਾ ਦੇ ਜਿਹੜੀ ਉਹਨਾਂ ਨੂੰ ਪਿਆਰ ਕਰ ਰਹੇ ਹੋ ਜਾਂ ਉਹਨਾਂ ਨੂੰ ਖਿਦਮਤ ਕਰ ਰਹੇ ਹੋ, ਉਹਦੀ ਇਵਜ਼ ਜੋ ਤੁਹਾਨੂੰ ਕੁਛ ਮਿਲ ਰਿਹਾ ਹੁੰਦਾ ਹੈ, ਉਹ ਨਹੀਂ ਗੱਲ ਸਮਝ ਰਹੇ ਹੋ। ਇੱਕ ਦਿਨ ਨਾ ਤੁਸੀਂ ਮਿਸਾਲ ਤੌਰ 'ਤੇ ਤੁਹਾਡੀ ਕਿਸੇ ਇਹਨਾਂ ਦੀ ਵਾਲਦਾ ਜ਼ਿੰਦਾ ਹੈ, ਤੁਸੀਂ ਰੋਜ਼ ਉਹਨਾਂ ਦੇ ਕੋਲ ਜਾ ਰਹੇ ਹੋ, ਬਹਿ ਰਹੇ ਹੋ, ਉਹਨਾਂ ਨਾਲ ਗੱਲਾਂ ਕਰ ਰਹੇ ਹੋ, ਉਹਨਾਂ ਦੇ ਦਿਲ ਲਾ ਰਹੇ ਹੋ, ਉਹਨਾਂ ਦੀ ਖਿਦਮਤ ਕਰ ਰਹੇ ਹੋ, ਉਹਦਾ ਇੱਕ ਬੜਾ ਰਿਵਾਰਡ ਹੈ ਲਾ ਲਓ। ਬਿਲਕੁਲ ਐਸਾ ਹੀ ਹੈ। ਉਹ ਚੀਜ਼ ਮਿਸਿੰਗ ਹੈ, ਉਹ ਮਿਸ ਸਾਰੇ ਉਹ ਮਿਸਿੰਗ ਹੈ, ਉਹ ਤਰੱਕੀ ਮਿਸਿੰਗ ਹੈ, ਉਹ ਯਾਨੀ ਕਿ ਦੁਆਵਾਂ ਮਿਸ ਨੇ, ਉਹ ਸਾਰੀ ਗੱਲਾਂ ਮਿਸ ਨੇ, ਹੈ ਜੋ ਨਹੀਂ, ਫਿਰ ਉਹ ਮਿਸ ਨੇ, ਫਿਰ ਉਹ ਚੀਜ਼ਾਂ ਫਰਕ ਹੈ। ਲੇਕਿਨ ਅੰਮੀ ਨੇ ਖੁਸ਼ਨਸੀਬੀ ਨਾਲ ਤੁਹਾਡਾ ਉਹ ਅਰੂਜ ਤੇ ਉਹ ਸਾਰਾ ਕੁਝ ਨਹੀਂ ਮਾਮਲਾ ਨਹੀਂ ਵੇਖ ਪਾਏ? ਨਹੀਂ, ਉਹ 98 ਤੱਕ ਤਾਂ ਅਸੀਂ ਤਕਰੀਬਨ ਸਟਰਗਲ ਵਿੱਚ ਹੀ ਸੀਗੇ। ਨਹੀਂ, ਠੀਕ ਸੀ, ਯਾਨੀ ਕਿ ਨਾ ਹੌਲੀ ਹੌਲੀ ਕੰਮ ਸ਼ੁਰੂ 96 ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੀ ਲਾਈਮਲਾਈਟ 'ਚ ਆਉਣ ਦਾ, ਠੀਕ ਹੈ, ਕਿ ਡਰਾਮੇ ਸ਼ਰਾਮੇ ਰੈਗੂਲਰ ਤੇ ਪੈਸੇ ਸ਼ੈਸੇ ਮਿਲਣੇ ਸ਼ੁਰੂ ਹੋ ਗਏ, ਤੇ ਉਹ ਠੀਕ ਹੋ ਗਿਆ ਸੀ ਕੰਮ। ਲੇਕਿਨ ਉਹ ਜਿਹੜਾ ਉਹ ਥੀਏਟਰ ਦੇ ਅਰੂਜ ਆਇਆ ਨਾ, ਉਹ ਉਸ ਤੋਂ ਬਾਅਦ 2000 ਤੋਂ ਬਾਅਦ ਉਹ ਇੱਕ ਅਰੂਜ ਦਾ ਪੀਰੀਅਡ ਸੀ, ਠੀਕ। ਉਹ ਫਿਰ ਤੇ ਤੁਸੀਂ ਅਸਿਸਟੈਂਟ ਡਾਇਰੈਕਟਰ ਤੋਂ ਤੁਹਾਡੀ ਜ਼ਿੰਦਗੀ ਆਉਂਦੀ ਹੈ ਮੇਨ ਸਟਰੀਮ ਦੇ ਵਿੱਚ। ਹਾਂਜੀ, ਠੀਕ। ਉਹ ਅਸੀਂ ਕੀਤਾ ਡਰਾਮਾ, ਬੜਾ ਮਸ਼ਹੂਰ ਡਰਾਮਾ, ਤੁਸੀਂ ਸੁਣਿਆ ਹੋਣਾ ਹੈ, ਆਪਣਾ ਕੀ ਨਾਂ ਸੀ ਡਰਾਮੇ ਦਾ, ਆਪਣਾ ਜਿਹੜਾ ਅਫਜ਼ਾਲ ਸਾਹਿਬ ਨੇ ਕੀਤਾ ਸੀ, ਜਨਮ ਜਾ ਕੇ ਮੈਲੀ ਚਾਦਰ। ਇਹ ਡਰਾਮਾ ਸਾਰਾ ਇਹਦੀ ਮੇਕਿੰਗ ਸਾਰੀ ਡਰਾਮੇ ਦੀ ਮੈਂ ਕੀਤੀ ਸੀ, ਠੀਕ ਹੈ ਜੀ। ਇਹਦੀ ਕਾਸਟਿੰਗ, ਇਹਦੀ ਰਿਹਰਸਲ, ਇਹਦੀ ਸੈਟ ਲਵਾਉਣਾ, ਇਹਦੀ ਲਾਈਟਿੰਗ, ਯਾਨੀ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹਾਂਗਕਾਂਗ, ਇੱਥੋਂ ਅਸੀਂ 3 ਬੰਦੇ ਅਫਜ਼ਾਲ ਸਾਹਿਬ ਨੂੰ ਬੁਲਾਏ ਸਨ, ਇੰਜੀਨੀਅਰ, ਜਿਨ੍ਹਾਂ ਨੇ ਆ ਕੇ ਸਾਰੀ ਲਾਈਟਿੰਗ ਕੀਤੀ ਸੀ ਹਾਲ ਦੀ ਤਮਸੀਲ, ਠੀਕ ਹੈ ਜੀ। ਕੰਪਿਊਟਰਾਈਜ਼ਡ ਲਾਈਟਾਂ, ਡਾਕਟਰ ਕਦੀਰ ਖਾਨ ਸਾਹਿਬ ਉਦੋਂ ਜ਼ਿੰਦਾ ਸਨ, ਉਹ ਦੋਸਤ ਸਨ ਅਫਜ਼ਾਲ ਸਾਹਿਬ ਦੇ, ਉਹਨਾਂ ਨੇ ਇਹਨਾਂ ਨੂੰ ਲਾਈਟਾਂ ਮੰਗਾ ਕੇ ਦਿੱਤੀਆਂ ਕਿਧਰੋਂ ਆਪਣੇ ਸੋਰਸਿਸ ਨਾਲ, ਠੀਕ। ਤਲਕਾ ਦੀ ਵਜੋਂ ਉੱਪਰ ਕੰਟੇਨਰ ਆਇਆ ਪੂਰਾ ਲਾਈਟਾਂ ਦਾ, ਸਾਊਂਡ ਸਿਸਟਮ ਦਾ, ਕੰਪਿਊਟਰਾਈਜ਼ਡ, ਉਹ ਬਾਹਰ ਉਹਨੂੰ ਚਲਾਉਣ ਵਾਸਤੇ ਇੰਜੀਨੀਅਰ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹਾਂਗਕਾਂਗ ਤੋਂ 3, ਠੀਕ ਹੈ ਜੀ, ਫੋਰਨਰ। ਉਹ ਮੈਂ ਉਹਨਾਂ ਦੇ ਨਾਲ ਸਾਰਾ ਡੀਲ ਡੂਲ ਕਰਨਾ ਸਾਂ, ਉਹਨਾਂ ਦਿਨਾਂ 'ਚ ਮੈਂ ਉੱਥੇ ਸਾਂ ਤਮਸੀਲ, ਅਤੇ ਮੇਰੀ ਉਹ ਸਾਰੀ ਐਸੋਸੀਏਸ਼ਨ ਸੀ, ਉਹ ਸਾਰਾ ਸਿਸਟਮ ਦਾ ਮੈਨੂੰ ਪਤਾ ਸੀ। ਅਤੇ ਫਿਰ ਉਹ ਸਾਰਾ ਜਨਮ ਕੀ ਮੈਲੀ ਚਾਦਰ, ਇਹ ਸਾਰਾ ਮੈਂ ਤਿਆਰ ਕੀਤਾ ਹੈ, ਇਹਦੀ ਮੇਕਿੰਗ, ਇਹਦੀ ਰਾਈਟਿੰਗ, ਸਰਦੀ ਤੁਹਾਨੂੰ ਪਹਿਲਾਂ ਦੱਸਿਆ 3-4 ਸਾਲ, ਬੜੀ ਦੇਰ, ਕਿੰਨੀ ਦੇਰ ਕਰਦਾ। ਹਾਂਜੀ, ਇਹਦੀ ਤਿਆਰੀ 'ਚ ਵੀ ਇੰਨਾ ਟਾਈਮ ਲੱਗਾ, ਕਿੰਨੇ ਮਹੀਨੇ ਲੱਗੇ ਨੇ, ਕਿਉਂਕਿ ਤੁਹਾਨੂੰ ਮੈਂ ਇੱਕ ਦੱਸ ਰਿਹਾ ਨਾ ਕਿ ਇਹ ਸਾਡੇ ਕੋਲ ਬੁੱਕਸ ਨੇ ਸਾਰੇ ਰਾਈਟਰ, ਆਗਾ ਸਾਹਿਬ, ਪਰਵੇਜ਼ ਕਲੀਮ ਸਾਹਿਬ, ਨਾਸਰਦੀਪ ਸਾਹਿਬ, ਅਫਜ਼ਾਲ ਸਾਹਿਬ ਕੋਲ ਬੁੱਕਸ ਨੇ। ਅਤੇ ਇਹ ਫਿਰ ਜਿਸਲੇ ਮਿਸਾਲ ਦਾ ਇੱਕ ਡਰਾਮੇ ਵਿੱਚ ਇੱਕ ਇਮੋਸ਼ਨਲ ਸੀਨ ਹੈ, ਅੱਛਾ ਜੀ, ਅਫਜ਼ਾਲ ਸਾਹਿਬ ਕਹਿੰਦੇ ਇਮੋਸ਼ਨਲ ਸੀਨ ਹੈ, ਇਹ ਕੌਣ ਅੱਛਾ ਲਿਖਦਾ ਹੈ? ਮੈਂ ਕਿਹਾ ਜੀ ਇਹ ਆਗਾ ਹਸਨ ਇੰਤਸਾਲ ਬਹੁਤ ਅੱਛਾ ਲਿਖਦਾ ਸੀ, ਇਹਦੇ ਕੋਲ ਆਓ। ਹੁਣ ਮੈਂ ਜਾ ਰਿਹਾ ਆਗਾ ਹਸਨ ਇੰਤਸਾਲ ਸਾਹਿਬ ਕੋਲ, ਇਹ ਸੀਨ ਲਿਖ ਦਿਓ ਜੀ, ਕਹਾਣੀ ਸੁਣਾ ਕੇ ਉਹਨਾਂ ਨੂੰ ਮੰਨ ਲਈ ਨੇ, ਉਹ ਲਿਖ ਰਹੇ ਨੇ। ਫਿਰ ਆ ਗਿਆ ਜੀ
ਇਹ ਕਾਮਿਕ ਸੀਨ ਹੈ, ਕਾਮਿਕ ਸੀਨ ਕੌਣ ਅੱਛਾ ਲਿਖਦਾ? ਮੈਂ ਕਿਹਾ ਐਮ ਸ਼ਰੀਫ ਸਾਹਿਬ ਨੇ, ਉਹ ਬੜਾ ਅੱਛਾ ਲਿਖਦੇ ਨੇ, ਟੈਲੀਵਿਜ਼ਨ ਦੇ ਰਾਈਟਰ ਨੇ, ਬੁਲਾਓ ਉਹਨਾਂ ਨੂੰ। ਹੁਣ ਐਮ ਸ਼ਰੀਫ ਸਾਹਿਬ ਬੈਠੇ ਨੇ, ਉਹ ਲਿਖ ਰਹੇ ਨੇ। ਕੀ ਬਾਤ। ਐਕਸ਼ਨ ਸੀਨ ਨੇ ਥੋੜ੍ਹਾ ਜਿਹਾ ਇਹ ਕੌਣ? ਨਾਸਰਦੀਪ ਸਾਹਿਬ, ਬੁਲਾਓ ਉਹਨਾਂ ਨੂੰ। ਪਾਸ਼ਾ ਸਾਹਿਬ, ਇਰਫਾਨ ਖੁਸਰ ਸਾਹਿਬ। ਅਤੇ ਉਹ ਇਹ ਸਾਰਾ ਸਿਸਟਮ ਨਾ, ਉਹ ਮੈਂ ਜਿਸ ਲਈ ਇਹ ਜਨਮ ਕੇ ਮੈਲ ਜਦਰ ਆਨਰ ਗਿਆ ਨਾ, ਉਸ ਲਈ ਮੈਂ ਛੱਡਿਆ ਤਮਾਸ਼ਾ। ਅੱਛਾ। ਕਿਉਂਕਿ ਮੈਨੂੰ ਐਕਟਰ ਬਣਨ ਦੀ ਇੱਕ ਲੱਗ ਗਈ ਸੀ। ਹੋ ਗਿਆ। ਠੀਕ ਹੈ। ਫਿਰ ਮੈਂ ਕਿਹਾ ਛੱਡ ਕੇ ਉਹ, ਹਾਂ, ਕਿਉਂਕਿ ਮੈਂ ਇਹ ਉਸ ਯਾਨੀ ਕਿ ਜਿਸ ਲਈ ਜਨਮ ਕੇ ਮੈਲ ਜਦਰ ਆਨਰ ਗਿਆ ਨਾ ਜੀ, ਉਸ ਦਿਨ ਮੈਂ ਉੱਥੋਂ ਨਿਕਲਿਆ। ਅੱਛਾ। ਮੈਂ ਉਦੋਂ ਡਾਇਰੈਕਟਰ ਸਾਂ ਉੱਥੇ, ਮੈਂ ਐਕਟਰ ਬਣਨਾ ਚਾਹ ਰਿਹਾ ਸੀ ਉਦੋਂ। ਕਿਉਂਕਿ ਸੱਚੀ ਗੱਲ ਇਹ ਸੀ ਕਿ ਡਾਇਰੈਕਟਰ ਦੇ ਔਰ ਅਸਿਸਟੈਂਟ ਡਾਇਰੈਕਟਰ ਦੇ ਪੈਸੇ ਇੰਨੇ ਨਹੀਂ ਸਨ ਹੁੰਦੇ, ਇਹਨਾਂ ਦੀ ਫੀਸ ਬੜੀ ਘੱਟ ਹੁੰਦੀ ਸੀ। ਅਤੇ ਉਹ ਮੈਨੂੰ ਇਹ ਉਹ ਲੱਗ ਰਿਹਾ ਸੀ ਕਿ ਯਾਰ ਇਹ ਜੀ ਮੈਂ ਇਹੋ ਹੀ ਕੰਮ ਕਰਦਾ ਰਿਹਾ ਅਤੇ ਪੈਸੇ ਨਹੀਂ ਕਮਾ ਸਕਦਾ। ਕਿੰਨੇ ਪੈਸੇ ਹੋਤੇ ਥੇ ਜੋ ਮਿਲਤੇ ਥੇ ਉਦੋਂ? ਤੁਸੀਂ ਹਿਸਾਬ ਲਾ ਲਓ ਕਿ 1992 96 ਤੱਕ 5000, 4000, 8000, 10,000। ਠੀਕ ਹੈ ਜੀ। ਅਤੇ ਉਹ ਮੈਨੂੰ ਇਹ ਸੀ ਕਿ ਬਈ ਯਾਰ ਇਹ ਪੈਸੇ ਇਹਦੇ ਨਾਲ ਨਹੀਂ ਗੁਜ਼ਾਰਾ ਹੋਣਾ। ਠੀਕ ਹੈ। ਅਤੇ ਐਕਟਰ ਬਣੋ। ਫਿਰ ਮੈਂ ਉਹ ਛੱਡ ਕੇ ਅਤੇ ਮਾਰਕੀਟ 'ਚ ਆ ਗਿਆ, ਅਲਮਰਾ। ਮੈਂ ਫਿਰ ਡਰਾਮਾ ਯਾਨੀ ਕਿ ਇਹ ਸਾਰਾ ਤਿਆਰ ਮੈਂ ਕੀਤਾ ਡਰਾਮਾ ਜਨਮ ਕੇ ਮੈਲ ਚਾਦਰ। ਲੇਕਿਨ ਫਿਰ ਉਸ ਤੋਂ ਬਾਅਦ ਮੈਂ ਛੱਡ ਕੇ ਅਲਮਰਾ ਵਗੈਰਾ ਆ ਕੇ ਡਰਾਮੇ ਕਰਨ ਲੱਗ ਪਿਆ। ਹੌਲੀ ਹੌਲੀ ਫਿਰ ਡਰਾਮਾ ਐਕਟਰ ਬਣ ਗਿਆ ਮੈਂ। ਲੇਕਿਨ ਉਹ ਫਿਰ ਉੱਥੇ ਯਾਨੀ ਕਿ ਉਹ ਸਾਰੀ ਮੇਕਿੰਗ ਉਹਦੀ ਮੈਨੂੰ, ਕਿਉਂਕਿ ਉਹ ਸਾਰੀ ਮੈਂ ਆਪ ਕਰਕੇ ਆਇਆ ਸਾਂ, ਮੈਨੂੰ ਉਹਦਾ ਸਾਰਾ ਪਤਾ ਹੈ। ਅਤੇ ਹੁਣ ਵੀ ਮੈਂ ਇਨਸ਼ਾਅੱਲਾ ਤਾਲਾ ਐਲਫਲਾ ਮੈਂ ਕਰ ਰਿਹਾ ਡਰਾਮਾ, ਅਤੇ ਮੇਰੀ ਚੱਲ ਰਹੀਆਂ ਨੇ ਆਪਣਾ ਮੀਟਿੰਗਾਂ ਚੱਲ ਰਹੀਆਂ ਨੇ ਮੁਖਤਲਿਫ ਬੰਦਿਆਂ ਨਾਲ। ਉੱਥੇ ਮੈਂ ਇਸ ਤਰ੍ਹਾਂ ਦਾ ਇੱਕ ਡਰਾਮਾ ਕਰਨਾ ਚਾਹ ਰਿਹਾ। ਉਹ ਰਿਟਨ ਪ੍ਰੋਸੈਸ ਦੇ ਵਿੱਚ ਹੈਗਾ, ਲਿਖਿਆ ਜਾ ਰਿਹਾ, ਉਹਦੀ ਸੈੱਟ ਡਿਜ਼ਾਇਨਿੰਗ ਹੋ ਰਹੀ ਹੈ, ਉਹਦੀ ਮੀਟਿੰਗਾਂ ਹੋ ਰਹੀਆਂ ਨੇ। ਇਨਸ਼ਾਅੱਲਾ ਬੜੀ ਛੇਤੀ ਤੁਹਾਨੂੰ ਮੈਂ ਅਫਜ਼ਾਲ ਸਾਹਿਬ ਦੇ ਸਟਾਈਲ ਦਾ ਡਰਾਮਾ ਜਿਹੜਾ ਨਾ ਜੀ, ਉਹ ਅਲਫਲਾ ਦੇ ਵਿੱਚ ਲਾ ਕੇ ਆਵਾਂਗਾ। ਕੀ ਬਾਤ ਹੈ, ਬਹੁਤ ਅੱਛੀ ਬਾਤ। ਉਹ ਦੌਰ ਡਰਾਮੇ ਦਾ ਜਿਹੜਾ ਉਹ ਦੌਰ ਸੀ, ਉਹਨੂੰ ਮੈਂ ਵਾਪਸ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਬਹੁਤ ਅੱਛਾ, ਫੈਮਿਲੀ ਪਲੇ। ਬਹੁਤ ਅੱਛੀ ਬਾਤ। ਔਰ ਸ਼ਦੀਦ ਜ਼ਰੂਰਤ ਹੈ ਇਹਦੀ, ਬਿਹਤਰੀਨ, ਬੇਹੱਦ। ਕਿਉਂਕਿ ਇਹ ਅਸੀਂ ਜਿਹੜਾ ਡਰਾਮਾ ਕਰ ਰਹੇ ਨਾ ਜਿਹੜਾ ਇਸ ਲਈ, ਇਹ ਕਮਰਸ਼ਲੀ ਬੜਾ ਸਕਸੈਸਫੁਲ ਹੈ। ਠੀਕ ਹੈ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਡਰਾਮਾ ਇਤਨਾ ਕੋਈ ਹਿੱਟ ਹੋ ਗਿਆ ਬੌਸ ਕਿ ਹਰ ਨਾਕੇ 'ਤੇ ਥੀਏਟਰ ਖੁੱਲ੍ਹੇ ਹੈ। ਜਿਹੜੇ ਪ੍ਰੋਪਾਗੈਂਡਾ ਕਰਦੇ ਨੇ ਡਰਾਮਾ ਜ਼ਵਾਲ ਪਜ਼ੀਰ ਹੈ ਕਿਸੇ ਹੋਰ ਸੈਂਸ 'ਚ ਹੈ। ਇਹ ਮੋਰਲ ਗਰਾਊਂਡ 'ਤੇ ਜ਼ਵਾਲ ਪਜ਼ੀਰ ਹੈ, ਕਮਰਸ਼ੀਅਲ ਗਰਾਊਂਡ 'ਤੇ ਇਸ ਲਈ ਬਹੁਤ ਹਿੱਟ ਹੈ। ਗੱਲ ਸਮਝ ਬਿਲਕੁਲ ਸਹੀ ਹੈ ਕਿ ਮੋਰਲ ਗਰਾਊਂਡਸ 'ਤੇ ਜ਼ਵਾਲ ਪਜ਼ੀਰ ਹੈ ਕਿ ਬਈ ਲੋਕ ਇਹਨੂੰ ਇੱਕ ਤਬਕਾ ਹੈ, ਲੇਡੀਜ਼ ਨਹੀਂ ਪਸੰਦ ਕਰਦੇ ਜਾਂ ਫੈਮਿਲੀ ਨੂੰ ਨਹੀਂ ਪਸੰਦ ਕਰਦੀ। ਠੀਕ ਹੈ ਜੀ। ਲੇਕਿਨ ਇਹ ਕਮਰਸ਼ੀਅਲ ਗਰਾਊਂਡ ਦੇ ਉੱਤੇ ਇਸ ਲਈ ਸੁਪਰ ਹਿੱਟ ਹੈ ਪੂਰੀ ਦੁਨੀਆ ਦੇ ਵਿੱਚ। ਤੁਸੀਂ ਯਕੀਨ ਕਰ ਲਓ ਕਿ ਸਾਡੇ ਥੀਏਟਰ ਦੇ ਜਿਹੜੇ ਆਰਟਿਸਟ ਨੇ, ਇਹਨਾਂ ਦੀ ਇੰਨੀ ਮੰਗ ਹੈ ਕਿ ਇੰਡੀਅਨ ਜਿਹੜੇ ਨਾ ਪੰਜਾਬੀ ਫਿਲਮਾਂ ਵਾਲੇ, ਇਹ ਦੀਵਾਨੇ ਨੇ ਇਹਨਾਂ ਦੇ। ਉਹ ਲੱਭਦੇ ਫਿਰਦੇ ਨੇ ਕਿ ਸਾਨੂੰ ਕੋਈ ਥੀਏਟਰ ਦਾ ਬੰਦਾ ਲੱਭੇ ਅਤੇ ਅਸੀਂ ਉਹਨੂੰ ਫਿਲਮ 'ਚ ਰੱਖੀਏ। ਅਤੇ ਪੂਰੀ ਦੁਨੀਆ ਦੇ ਵਿੱਚ ਵੈਸੇ ਵੀ ਯੂਰਪ, UK, USA, ਕੈਨੇਡਾ, ਜਿੱਥੇ ਵੀ ਤੁਸੀਂ ਚਲੇ ਜਾਓਗੇ ਨਾ, ਇਹ ਸਾਡੇ ਥੀਏਟਰ ਦੀ ਬਹੁਤ ਡਿਮਾਂਡ ਹੈ। ਇੰਨੀ ਨਾ ਟੈਲੀਵਿਜ਼ਨ ਦੇ ਕਿਸੇ ਐਕਟਰ ਦੀ ਹੈ, ਨਾ ਕਿਸੇ ਫਿਲਮ, ਨਾ ਸ਼ਾਨ ਦੀ ਹੈ, ਨਾ ਹੁਮਾਯੂੰ ਸਈਦ ਦੀ ਹੈ, ਅਤੇ ਨਾ ਫਵਾਦ ਖਾਨ ਦੀ ਹੈ, ਜਿੰਨੀ ਜ਼ਫਰੀ ਖਾਨ ਦੀ ਹੈ, ਜਿੰਨੀ ਫਰਹਾਦ ਠਾਕਰ ਦੀ। ਠੀਕ ਹੈ ਜੀ। ਅਤੇ ਇਹ ਬਸ ਕਿ ਲੇਕਿਨ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਉਸ ਲਿਹਾਜ਼ ਨਾਲ ਵਾਕਈ ਥੋੜ੍ਹਾ ਜਿਹਾ ਯਾਨੀ ਕਿ ਜ਼ਵਾਲ ਇਹਨੂੰ ਕਹਿ ਸਕਦੇ ਹੋ, ਇਹਦੀ ਕਮੀ ਹੈ। ਉਸ ਕਮੀ ਨੂੰ ਵੀ ਪੂਰਾ ਕਰਨ ਲਈ ਮੈਂ ਕੋਸ਼ਿਸ਼ ਕਰ ਰਿਹਾ। ਅੱਲਾ ਕਰੇਗਾ ਇਨਸ਼ਾਅੱਲਾ ਬਿਹਤਰ ਰਿਜ਼ਲਟ ਆਏ ਕੁਛ ਮਹੀਨੇ, 6 ਮਹੀਨੇ, ਸਾਲ ਤੱਕ ਉਹ ਬਣਾ ਕੇ ਅਸੀਂ ਲਾਵਾਂਗੇ ਅਲਫਲਾ 'ਚ। ਤੁਹਾਨੂੰ ਨਜ਼ਰ ਆਏਗਾ ਕਿ ਹਾਂ ਵੀ ਇਹ ਚੇਂਜ ਵੀ ਹੋ ਗਿਆ, ਉਹ ਕਮਰਸ਼ਲੀ ਵੀ ਸਕਸੈਸਫੁਲ ਹੈ ਅਤੇ ਵੈਸੇ ਵੀ ਠੀਕ ਹੈ। ਇੱਜ਼ਤ, ਸ਼ੋਹਰਤ, ਪੈਸਾ ਇਨਸਾਨ ਨੂੰ ਪ੍ਰੋਟੋਕੋਲ ਦਾ ਆਦੀ ਬਣਾ ਦਿੰਦੀ ਹੈ। ਹਾਂਜੀ ਹਾਂਜੀ। ਤੁਸੀਂ ਹਜੇ ਵੀ ਉਹੀ ਹੋ ਜਿਹੜਾ ਉਹੀ ਗੁਜਰਾਂਵਾਲਾ ਦਾ ਦੇਸੀ ਮੁੰਡਾ ਸੀ? ਹਾਂਜੀ ਹਾਂਜੀ। ਉਹ ਗੁਜਰਾਂਵਾਲਾ ਦੇ ਤੁਸੀਂ ਜਿਹੜਾ ਗੁਜਰਾਂਵਾਲਾ ਦਾ ਸਪੈਸੀਫਿਕ ਬੰਦਾ ਹੈ ਨਾ ਜੀ, ਉਹ ਤੁਹਾਨੂੰ ਲੱਗੇਗਾ ਕਿ ਗੁਜਰਾਂਵਾਲਾ ਦਾ ਹੀ ਹੈ। ਹਾਂ। ਉਹਨੂੰ ਤੁਸੀਂ ਉਹਦੀ ਬੋਲੀ, ਉਹਦੀ ਟੋਰ, ਉਹਦੀ ਚਾਲ, ਉਹ ਤੁਸੀਂ ਫੜ ਲਓਗੇ ਤੁਸੀਂ ਇਹ ਗੁਜਰਾਂਵਾਲਾ ਦਾ। ਹਾਂ। ਉਹਦਾ ਨਾ ਐਕਸੈਂਟ ਸਹੀ ਹੋਏਗਾ ਨਾ ਉਹਦੀ ਚਾਲ ਸਹੀ ਹੋਏਗੀ। ਠੀਕ ਹੈ ਜੀ। ਉਹ ਪੈਰ ਚੌੜੇ ਕਰਕੇ ਟੁਰ ਰਿਹਾ, ਬੋਲਦੇ ਹੋਏ ਹੈ ਜਿੱਤੇ ਉਹ ਜਿੱਤੇ ਜੀ। ਉਹ ਇੱਦਾਂ ਸੁਹੇਲ ਸਾਹਿਬ ਦੇਖ ਲਓ ਕਿੰਨੀ ਦੇਰ ਹੋ ਗਈ ਕਰਨ, ਉਰਦੂ ਨਹੀਂ ਆਈ ਹਾਲੇ ਤੱਕ ਸਹੀ। ਉਹ ਸਿਰਫ ਇਸ ਲਈ ਕਿ ਕੁਝ ਗੁਜਰਾਂਵਾਲੇ ਦੇ ਨੇ, ਕਿਸੇ ਹੋਰ ਸ਼ਹਿਰ ਦੇ ਹੁੰਦੇ ਉਹਨੂੰ ਆ ਗਈ ਹੋਣੀ ਸੀ। ਉਹ ਗੁਜਰਾਂਵਾਲਾ ਐਡੀ ਪੱਕੀ ਛਾਪ ਹੁੰਦੀ ਕਿ ਉਹ ਖੁੱਲ੍ਹਾ ਡੁੱਲਾ, ਯਾਨੀ ਕਿ ਉੱਥੇ ਭਲਵਾਨਾਂ ਦਾ ਸ਼ਹਿਰ ਕਹਿ ਲਓ ਤੁਸੀਂ, ਖੁੱਲ੍ਹੇ ਦਿਲ ਵਾਲੇ ਬੰਦਿਆਂ ਦਾ ਸ਼ਹਿਰ ਹੈ ਉਹ ਬੜੇ ਪੱਕੇ ਤਰੀਕੇ ਨਾਲ ਛਾਪ ਲੱਗ ਜਾਂਦੀ ਉਹਦੀ। ਤੁਸੀਂ ਵੀ ਬੱਟ ਫੈਮਿਲੀ ਤੋਂ? ਹਾਂਜੀ, ਮਲਕ ਕਸ਼ਮੀਰੀ। ਮਲਕ ਕਸ਼ਮੀਰੀ। ਹਾਂਜੀ ਹਾਂਜੀ।